ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਵੈਲਕਮ ਟੂ ਸਿਮਰਨ ਬੁਟੀਕ ਕੱਟ ਐਂਡ ਸੋ ਵਿਦ ਪਿੰਦਰ। ਅੱਜ ਆਪਾਂ ਲਾਈਨਿੰਗ ਵਾਲੀ ਸ਼ਰਟ ਬਣਾਵਾਂਗੇ। ਇਹਦੇ ਲਈ ਮੈਂ ਪੱਟੀਆਂ ਬਣਾ ਲਈਆਂ ਨੇ, ਜਿੱਦਾਂ ਸ਼ਰਟ ਕੱਟਿਆ ਹੋਇਆ ਹੈ ਪਹਿਲਾਂ ਹੀ। ਆਹ ਲਾਈਨਿੰਗ ਵਾਲੀ ਸ਼ਰਟ ਕੱਟੀ ਹੈ, ਇਹ ਬਾਹਾਂ ਨੇ, ਆਹ ਬੈਕ ਹੋ ਸਕਦੀ ਹੈ, ਇਹ ਫਰੰਟ ਹੋ ਸਕਦੀ। ਆਹ ਬੈਕ ਦਾ ਗਲਾ ਮੈਂ ਇੰਟਰਫੇਸਿੰਗ ਕਰਕੇ ਲਗਾਇਆ, ਇਹਨੂੰ ਆਪਾਂ ਪਾਈਪਿੰਗ ਲਾਉਣੀ ਆ। ਆਹ ਜਿੱਪ ਦੀ ਪੱਟੀ ਆ, ਆਹ ਜਿੱਪ ਇਨਵਿਜ਼ੀਬਲ ਹੋਏ ਜਿੱਪ ਲਗਾਵਾਂਗੇ, ਤੇ ਆਹ ਫਰੰਟ ਵਾਲਾ ਗਲਾ ਆ। ਤੇ ਆਪਾਂ ਹੁਣ ਇਹਨੂੰ ਪਹਿਲਾਂ ਸਾਰੇ ਨੂੰ ਕੱਚਾ ਕਰਦੇ ਹਾਂ। ਮੇਰੀ ਸ਼ਰਟ ਦੇ ਵਿੱਚ ਮਿਡਲ ਦੀ ਕਰੀਜ਼ ਬਣੀ ਆ, ਤੁਸੀਂ ਜਾਂ ਮਾਰਕ ਕਰ ਲਓ ਜਾਂ ਆਪਣੀ ਕਰੀਜ਼ ਬਣਾ ਲਓ। ਕਟਿੰਗ ਕਰਨ ਲੱਗੇ ਮੇਰੇ ਤੇ ਕਰੀਜ਼ ਮੈਂ ਬਣਾ ਲੈਣੀ ਮੇਰੇ ਨਾਲ, ਕਿਉਂਕਿ ਲਾਈਨਿੰਗ ਵਾਲਾ ਜਿਹੜਾ ਸ਼ਰਟ ਕੱਟਦੀ ਆ ਮੈਂ, ਲਾਈਨਿੰਗ ਸ਼ਰਟ ਬੈਕ ਫਰੰਟ ਸਾਰਾ ਕੁਝ ਇਕੱਠਾ ਹੀ ਕੱਟ ਦਿੰਦੀ ਹਾਂ। ਇੱਕੋ ਵਾਰੀ ਕਟਿੰਗ ਪਈ ਹੁੰਦੀ ਹੈ ਤੇ ਫਿਰ ਵੱਧ ਘੱਟ ਨਹੀਂ ਹੁੰਦਾ ਕਦੇ ਵੀ। ਹੁਣ ਮੇਰਾ ਕੈਮਰੇ ਦੀ ਜਿਹੜੀ ਐਂਗਲ ਜਾਂ ਕੈਮਰਾ ਵੀ ਮੈਂ ਨਵਾਂ ਲੈ ਲਿਆ ਆਪਣਾ, ਆਈਫੋਨ ਮੈਨੂੰ ਬੱਚਿਆਂ ਨੇ ਲੈ ਦਿੱਤਾ। ਤੇ ਹੁਣ ਮੈਂ ਸਾਰੀ ਜਿਹੜੀ ਕਟਿੰਗ ਦੀ ਵੀਡੀਓ ਵੀ ਆ ਉਹ ਨਾਲ ਬਣਿਆ ਕਰੂਗੀ। ਜਿਹੜਾ ਕਾਰਨਰ ਬਣਾਉਣਾ ਆ, ਤੇ ਥੱਲੇ ਇਹ ਮੈਂ ਜਿਹੜਾ ਸਵੀਟ ਹਾਰਟ ਗਲਾ ਆ, ਤੇ ਸੂਈ ਤਾਂ ਨਹੀਂ ਕੱਢਣੀ ਜਦੋਂ ਤੁਸੀਂ ਇਹਨੂੰ ਟਰਨ ਓਵਰ ਕਰਨਾ। ਜੇ ਕੱਢ ਦਿਓ ਤਾਂ ਤੇ ਫਿਰ ਉਹ ਜਿਹੜਾ ਮਾਰਕ ਹੈ ਫਰੰਟ ਦਾ ਜਿਹੜਾ ਕੋਨ ਆ ਪੂਰਾ ਪ੍ਰੋਪਰਲੀ ਨਹੀਂ ਬਣਦਾ ਫਿਰ। ਹਾਂਜੀ, ਹੁਣ ਆਪਾਂ ਬੈਕ ਨੂੰ ਕੱਚਾ ਕਰ ਲਿਆ ਤੇ ਜਿੱਪ ਲਗਾਵਾਂਗੇ। ਹੁਣ ਆਪਾਂ ਆ ਜਿੱਪ ਦੀ ਮੈਂ ਪੱਟੀ ਬਣਾਈ ਸੀਗੀ, ਮੈਂ ਪਹਿਲਾਂ ਵੀ ਦੱਸਿਆ ਸੀਗਾ। ਤੇ ਮਿਡਲ ਦੇ ਵਿੱਚ ਮੇਰਾ ਪ੍ਰੈਸ ਦਾ ਨਿਸ਼ਾਨ ਬਣਾਇਆ ਹੁੰਦਾ, ਤੇ ਉੱਥੇ ਆਪਾਂ ਸਿੱਧੀ ਸੀਨ ਲਾ ਕੇ ਤੇ ਇਹਨੂੰ ਪੱਟੀ ਨੂੰ ਜੋੜ ਲੈਣਾ ਪਹਿਲਾਂ। ਇਹਦਾ ਗਲਾ 10 ਇੰਚ ਦਾ ਆ ਤੇ 10.5 ਦੀ ਕਟਾਈ ਕੀਤੀ ਹੈ, ਤੇ ਜਿੱਪ ਛੋਟੀ ਹੀ ਲੱਗਣੀ ਆ ਬੈਕ ਤੇ। ਪੈਰ ਦੀ ਸੀਨ ਵਿੱਚ ਦੇ ਕੇ ਤੇ ਆਪਾਂ ਇਹਨੂੰ ਪੱਟੀ ਨੂੰ ਜਿਹੜੀ ਹੈ ਇਹ ਫਿਕਸ ਕਰ ਲਵਾਂਗੇ। ਜਦੋਂ ਐਂਡ ਤੇ ਆਉਣਾ ਆ ਉਦੋਂ ਇਹਨੂੰ ਥੋੜਾ ਥੋੜਾ ਕਰਦੇ ਕਰਦੇ ਇੱਥੇ ਕਾਰਨਰ ਜਿਹੇ ਤੇ ਆ ਕੇ 1 ਸਟੈਪ ਤੱਕ ਤੁਸੀਂ ਕਰ ਲੈਣਾ। 1 ਸਟੈਪ ਕਰ ਲਿਆ, ਫਿਰ ਥੋੜਾ ਜਿਹਾ ਇਹਨੂੰ ਟੇਢਾ ਜਿਹਾ ਲਿਜਾ ਕੇ ਫਿਰ ਪੈਰ ਦੀ ਸੀਨ ਤੇ ਚੱਲਣਾ ਆਪਾਂ।
ਇਹ ਪੱਟੀ ਨੂੰ ਇਸ ਤਰੀਕੇ ਨਾਲ ਮੋੜ ਲੈਣਾ, ਆਪਾਂ ਨੂੰ ਇੰਨੀ ਕੁ ਪੱਟੀ ਚਾਹੀਦੀ ਆ, ਵਿੱਚ ਨੂੰ ਮੋੜ ਦੇਣਾ। ਕਰਕੇ ਵੇਖਦੇ ਆ ਤੇ ਜਿੱਪ ਆ ਵੇਖੋ ਸੇਮ ਆ, ਸੇਮ ਆ। ਤੇ ਜਿੱਪ ਨੂੰ ਖੋਲ ਕੇ ਲਾਈਦਾ ਜਦੋਂ ਵੇਲੇ ਵਿਜ਼ੀਬਲ ਜਿੱਪ ਲਾਉਨੇ ਆਪਾਂ। ਇੱਥੇ ਇਹਨੂੰ ਬਰਾਬਰ ਤੇ ਇੱਥੇ ਜੋੜ ਦੇਣਾ। ਪਹਿਲਾਂ ਸੀਨ ਆਹ ਪੂਰੇ ਫੁੱਟ ਦੇ ਨਾਲ ਹੀ ਲਾ ਲੈਣੀ ਚਾਹੀਦੀ ਹੈ, ਬਾਅਦ ਚੋਂ ਫਿਰ ਆਪਾਂ ਜਦੋਂ ਇਨਵਿਜ਼ੀਬਲ ਫੁੱਟ ਵਾਲਾ ਦੂਜਾ ਸਿੰਗਲ ਫੁੱਟ ਪਾ ਕੇ ਫੇਰ ਲਾਵਾਂਗੇ। ਇਹਨੂੰ ਇਸ ਤਰੀਕੇ ਦੇ ਨਾਲ ਨਾ ਇਦਾਂ ਰੱਖ ਕੇ ਕੋਲ ਮੁੜ ਕੇ, ਇਹ ਸੀਨ ਬੜੀ ਸਾਫ਼ ਲੱਗਦੀ, ਇੱਥੇ ਲੱਗੂਗੀ ਪ੍ਰੋਪਰਲੀ ਜਿਹੜੀ ਦੂਸਰੀ ਸੀਨ ਲੱਗੂਗੀ। ਇਹਨੂੰ ਇਦਾਂ ਇੱਥੇ ਲਾ ਦੇਣਾ ਐ ਕਰਕੇ। ਆਹ ਜਿਹੜੀ ਕਰੀਜ਼ ਹੈ ਇਹਦੇ ਕੋਲ ਹੀ ਐਂ ਕਰਕੇ ਬਰਾਬਰਲੀ ਜਾਣਾ ਪਿਆ। ਮਿਡਲ ਕੀਤਾ ਸੀ ਮੇਰਾ ਪੱਟੀ ਦਾ ਵੀ, ਇਸੇ ਕਰਕੇ ਮੈਂ ਮਿਡਲ ਕਰ ਲੈਂਦੀ ਹਾਂ। ਤੇ ਫਿਰ ਇੱਥੋਂ ਜਿਹੜੇ ਕਈ ਵਾਰੀ ਖੁੱਲ੍ਹਾ ਥਾਂ ਰਹਿ ਜਾਂਦਾ ਹੁੰਦਾ ਥੱਲਿਓਂ, ਉਹ ਨਹੀਂ ਰਹਿੰਦਾ। ਇਹਨੂੰ ਨਾ ਬਰਾਬਰ ਰੱਖਣ ਲਈ ਹੁਣ ਆਪਣੀ ਇੱਥੇ ਤੱਕ ਸੀਨ ਲੱਗੀ ਆ। ਹੁਣ ਆਪਾਂ ਫੁੱਟ ਸਿੰਗਲ ਫੁੱਟ ਪਾ ਕੇ ਤੇ ਜਿੱਪਰ ਨੂੰ ਵੀ ਸੀਨ ਲਗਾ ਲੈਣੀ ਨਾਲ ਹੀ, ਤੇ ਨਾਲ ਹੀ ਬੈਕ ਤੇ ਗਲੇ ਦੀ ਪਾਈਪਿੰਗ ਲਗਾ ਦੇਣੀ। ਇਹ ਸੂਟ ਨੂੰ ਲਟਕਣ ਲਾਉਣੇ ਆ ਤਾਂ ਡੋਰੀ ਮੈਂ ਸਿਉਣ ਲਈ ਆ, ਤਾਂ ਹੁਣ ਮੈਂ ਡੋਰੀ ਸਿੱਧੀ ਕਰਨ ਲੱਗੀ ਸੀ। ਮੈਂ ਕਿਹਾ ਮੈਂ ਤੁਹਾਨੂੰ ਵੀ ਆਈਡੀਆ ਦੇ ਦਿਆਂ ਥੋੜ੍ਹਾ ਜਿਹਾ ਕਿ ਕਿਵੇਂ ਡੋਰੀ ਸਿੱਧੀ ਕਰੀਦੀ ਆ। ਸੂਈ ਦਾ ਪੁੱਠਾ ਪਾਸਾ ਐਵੇਂ ਇੱਦਾਂ ਲਗਾਉਂਦੇ ਚੱਲੋ। ਪਹਿਲਾਂ ਸਟਾਰਟ ਕਰਨੀ ਥੋੜ੍ਹੀ ਜਿਹੀ ਔਖੀ ਲੱਗਦੀ ਹੁੰਦੀ ਹੈ। ਰੇਬ ਕੱਪੜੇ ਦੀ ਬਣਾਉਂਦਾ ਵਧੀਆ ਬਣਦੀ ਹੈ। ਰੇਬ ਦੀ ਬਣਾਈ ਵੈਸੇ ਮੈਂ ਵੀ, ਕ੍ਰਾਸ ਕੱਟ ਕੱਪੜਾ।
ਦੋਵੇਂ ਡੋਰੀਆਂ ਬਣ ਕੇ ਰੈਡੀ ਹੋ ਗਈਆਂ ਨੇ। ਡੋਰੀ ਆਪਾਂ ਪਹਿਲਾਂ ਹੀ ਗਲਾ ਬਣਾਉਣ ਲੱਗਿਆ, ਪਾਈਪਿੰਗ ਲਾ ਕੇ ਜਦੋਂ ਗਲੇ ਦੀ ਲੀਰ ਲਾਉਣੀ ਆ ਉਸ ਟਾਈਮ ਤੇ ਵਿੱਚ ਦੇ ਦੇਣੀ ਆ ਡੋਰੀ, ਤੇ ਲਟਕਣ ਬਾਅਦ ਚੋਂ ਬਣਾਵਾਂਗੇ। ਪਾਈਪਿੰਗ ਲਾਉਂਦਿਆਂ ਨਾ ਤਾਂ ਗਲੇ ਨੂੰ ਖਿੱਚਣਾ ਤੇ ਨਾ ਪਾਈਪਿੰਗ ਨੂੰ ਖਿੱਚਣਾ ਆ, ਪ੍ਰੋਪਰਲੀ ਮੈਨੇਜ ਕਰਕੇ ਲਗਾਉਣਾ। ਆ ਇੰਟਰਫੇਸਿੰਗ ਕਰਕੇ ਮੇਰਾ ਗਲਾ ਕੱਟਿਆ ਸੀਗਾ। ਜਦੋਂ ਆਪਾਂ ਗਲਾ ਕੱਟਦੇ ਗਲੇ ਦੇ ਉੱਪਰ ਰੱਖ ਕੇ ਕੱਟ ਲਈਦਾ ਇਹਨੂੰ, ਜਿਹੜਾ ਵਿੱਚੋਂ ਕਾਟ ਨਿਕਲੀ ਹੁੰਦੀ ਆ। ਪੂਰਾ ਆਪਣਾ ਮੈਜ਼ਰਮੈਂਟ ਕਰਕੇ ਰੁਮਾਲ ਬਣਾ ਕੇ ਇੰਟਰਫੇਸਿੰਗ ਵਾਲਾ ਤੋਂ ਉਹਦੇ ਉੱਪਰ ਰੱਖ ਕੇ ਇਹਨੂੰ ਕੱਟ ਲਈਦਾ। ਮਿਡਲ ਤੇ ਪੈਨ ਵੀ ਲਗਾ ਸਕਦੇ ਹੋ, ਮੈਂ ਬਹੁਤੀ ਵਾਰੀ ਸਿਉਣ ਹੀ ਲਗਾ ਲੈਂਦੀ ਜੇ ਵੱਡਾ ਗਲਾ ਹੋਵੇ। ਜੇ ਛੋਟਾ ਹੋਵੇ ਤਾਂ ਫਿਰ ਤਾਂ ਲੋੜ ਹੀ ਨਹੀਂ ਪੈਂਦੀ, ਹੱਥ ਦੇ ਨਾਲ ਫੜ ਕੇ ਹੀ ਆਪਾਂ ਮੈਨੇਜ ਕਰ ਲੈਂਦੇ ਵੀ ਇੱਥੇ ਤੱਕ ਜਾਣਾ। ਇਹ ਗਲਾ 10 ਇੰਚ ਦਾ ਹੋਣਾ, 10 ਇੰਚ ਤੱਕ ਹੱਥ ਤੇ ਜਾਂਦਾ ਨਹੀਂ ਨਾ। ਉੱਪਰੋਂ ਵਾਧੂ ਸੀ, ਮੈਂ ਜਿੱਪ ਦੀ ਲੀਰ ਕੱਢੀ। ਕੋਈ ਵੀ ਗੱਲ ਹੈ ਕਮੈਂਟ ਦੇ ਵਿੱਚ ਤੁਸੀਂ ਪੁੱਛੋ, ਤੇ ਜਿਹੜੀ ਵੀ ਕੋਈ ਨਵੀਂ ਚੀਜ਼ ਸਿੱਖਣੀ ਹੈ ਜਾਂ ਕੋਈ ਪੈਂਟ ਵਗੈਰਾ ਵੀ ਮੈਂ ਕੱਟਣੀਆਂ ਨੇ ਹੁਣ, ਵੈਸੇ ਕੋਈ ਨਾ ਸਮਝ ਲੱਗੇ ਜਿੱਦਾਂ ਹੁਣ ਸ਼ਰਟ ਆ, ਇਹਦੀ ਸਟਿਚਿੰਗ ਦੇ ਵਿੱਚ ਤੁਹਾਨੂੰ ਕੋਈ ਲੱਗਦਾ ਕਿ ਤੁਹਾਨੂੰ ਇੱਥੋਂ ਪਤਾ ਨਹੀਂ ਲੱਗਿਆ ਕੋਈ ਵੀ ਕਿਵੇਂ ਕੀਤਾ, ਤੇ ਫਿਰ ਮੈਂ ਤੁਹਾਨੂੰ ਦੁਬਾਰਾ ਵੀਡੀਓ ਬਣਾ ਕੇ ਵੀ ਦੱਸ ਸਕਦੀ। ਜਿਹੜਾ ਵਾਧੂ ਇਹਨੂੰ ਕੱਟ ਦੇਣਾ ਆਪਾਂ ਇੱਥੋਂ। ਇਹ ਹੁਣ ਇਸ ਤਰੀਕੇ ਨਾਲ ਲੱਗ ਗਿਆ, ਤੇ ਪਾਈਪਿੰਗ ਵੀ ਆਪਣੀ ਦਿਸਦੀ ਆ ਪੂਰੀ, ਤੇ ਆ ਜਿਹੜੀ ਕਰਨ ਲੱਗਣੀ ਆ ਥੱਲੇ, ਮਤਲਬ ਤਣੀ ਲਟਕਣ ਵਾਲੀ, ਉਹ ਥੱਲੇ ਚਲੀ ਗਈ ਇਹਦੇ। ਹੁਣ ਮੈਨੂੰ ਪੈਰ ਬਦਲਣਾ, ਪੈਰ ਬਦਲ ਕੇ ਸਿਉਣ ਲਗਾ ਕੇ ਫਿਰ ਮੈਂ ਤੁਹਾਨੂੰ ਸਾਰਾ ਫਿਰ ਦੁਬਾਰਾ ਜਦੋਂ ਫਰੰਟ ਤੇ ਨੈਕ ਦੀ ਪਾਈਪਿੰਗ ਲਗਾਉਣੀ ਹੈ ਫਿਰ ਮੈਂ ਤੁਹਾਨੂੰ ਦੱਸਦੀ ਹਾਂ, ਕਿਉਂਕਿ ਗਲਾ ਮੇਰਾ ਬਣਿਆ ਹੈ ਤੇ ਉਹਨੂੰ ਵੀ ਬਣਾਉਣ ਦੇ ਲਈ ਜਿੱਦਾਂ ਪਾਈਪਿੰਗ ਆ ਜਿਹੜੀ ਉਹ ਮੈਂ ਸੈਪਰੇਟਲੀ ਬਣਾਈ ਆ, ਇਸ ਤਰੀਕੇ ਦੇ ਨਾਲ ਬਣਾ ਲਈ ਪੱਟੀ ਦੇ ਨਾਲ, ਤੇ ਇਹਨੂੰ ਮੈਂ ਫਿਰ ਲਗਾਉਣੀ ਹੈ ਦੁਬਾਰਾ। ਆ ਜਦੋਂ ਆਪਾਂ ਜਿੱਪ ਨੂੰ ਪਿੱਛੋਂ ਕੱਟਦੇ ਆ ਨਾ, ਤੇ ਜਿੱਪ ਨੂੰ ਆ ਵੇਖੋ ਨਿੱਕਾ ਜਿਹਾ ਟ੍ਰਿਕ ਆ ਇਹ ਜਿੱਪ ਨੂੰ ਕੱਟਣ ਦਾ, ਆ ਇਦਾਂ ਨਹੀਂ, ਤੇ ਜਿੱਦਾਂ ਆਪਾਂ ਕੱਪੜਾ ਲਾਉਣੇ ਅੱਗੇ ਯੂਜ਼ਲੀ ਕਈ ਵਾਰੀ, ਤੇ ਹੁਣ ਮੈਂ ਇਹ ਨਵੀਂ ਚੀਜ਼ ਸਿੱਖੀ ਸੀਗੀ, ਇਹਨੂੰ ਜਿੱਪ ਨੂੰ ਇੱਥੋਂ ਕੱਟ ਦੇਣਾ, ਤੇ ਇਦਾਂ ਇਹਨੂੰ ਨਾਲੋਂ ਕੱਟ ਕੇ ਇੱਥੇ ਤੇ ਇੱਧਰੋਂ ਜਿੱਪ ਕੱਟ ਦੇਣੀ ਆ ਜਿਹੜਾ ਪਾਰਟ, ਤੇ ਫਿਰ ਇਹਨੂੰ ਕੱਪੜੇ ਦੇ ਨਾਲ ਇਸ ਤਰੀਕੇ ਨਾਲ ਜੋੜ ਦੇਣਾ ਉੱਪਰੋਂ, ਤੇ ਇਹ ਮੋਟਾ ਨਹੀਂ ਹੁੰਦਾ ਪਿੱਛੋਂ।
ਇੱਕੋ ਜਿਹੇ ਆਉਣੇ ਚਾਹੀਦੇ ਨੇ ਤੇ ਇਸ ਪਾਸੇ ਤੋਂ ਵੀ ਇੱਕੋ ਜਿਹੇ ਹੋਣੇ ਚਾਹੀਦੇ। ਬਿਲਕੁਲ ਸਹੀ ਆ ਇਹ ਵੀ ਪਲੇਟ ਇੱਦਾਂ ਕਈ ਵਾਰੀ ਸੀਣ 'ਚ ਵੱਧ ਘੱਟ ਦਿੱਤਾ ਜਾਂਦਾ ਜਾਂ ਕੱਪੜੇ 'ਚ ਕਾਣ ਹੁੰਦੀ ਜਾਂ ਕੁਛ ਵੀ ਹੁੰਦਾ ਤੇ ਇਹਨੂੰ ਮਿਣ ਲੈਣਾ ਚਾਹੀਦਾ ਪਹਿਲਾਂ ਹੀ ਬਾਹਾਂ ਲਾਉਣ ਤੋਂ। ਜੇ ਇੱਦਾਂ ਪਹਿਲਾਂ ਮਿਣ ਲਓ ਤਾਂ ਸਭ ਤੋਂ ਬੈਟਰ ਰਹਿ ਜਾਂਦਾ ਹੈ। ਜੇ ਆਪਾਂ ਦੋਵੇਂ ਪੱਲੇ ਜੋੜ ਕੇ ਮਿਣਦੇ ਹਾਂ ਤਾਂ ਫਿਰ ਥੋੜ੍ਹੀ ਹੋ ਜਾਂਦਾ ਵੀ ਟਾਈਮ ਇੱਦਾਂ ਮਿਣ ਨਹੀਂ ਹੁੰਦਾ ਪ੍ਰੋਪਰਲੀ। ਇਹਨੂੰ ਪ੍ਰੈਸ ਕਰਕੇ ਜੋੜਦੇ ਹਾਂ। ਇਸ ਸੂਟ ਨੂੰ ਪਹਿਲਾਂ ਹੀ ਜਿਹੜੀਆਂ ਇਹ ਪੱਟੀਆਂ ਲੱਗੀਆਂ ਸੀਗੀਆਂ ਬਾਹਾਂ ਦੀਆਂ ਤੇ ਥੱਲੇ ਘੇਰੇ ਦੀ ਪਰ ਜਿਹੜੀਆਂ ਇਹ ਲੱਗੀਆਂ ਸੀਗੀਆਂ ਸਹੀ ਨਹੀਂ ਸੀ ਲੱਗੀਆਂ। ਇੱਕ ਤਾਂ ਜਿਹੜੀ ਘੇਰੇ ਵਾਲੀ ਸੀ ਇਹ ਵਿੰਗੀ ਲੱਗੀ ਸੀ, ਕੋਰਨਰ ਇੱਕ ਥੱਲੇ ਨੂੰ ਜਾ ਰਿਹਾ ਸੀ ਉਸੇ ਤਰੀਕੇ ਦੇ ਨਾਲ ਹੀ। ਤੇ ਦੂਸਰੀ ਗੱਲ ਇਹ ਜਿਹੜਾ ਪੁੱਠਾ ਪਾਸਾ ਹੈ ਕੱਪੜੇ ਦਾ ਇਹਦੇ ਤੋਂ ਆਹ ਧਾਗੇ 'ਚ ਚਮਕਦੇ ਸੀਗੇ ਲਮਕਦੇ ਨੇ ਤੇ ਉਹ ਇਹਨਾਂ ਨੇ ਮੋੜ ਕੇ ਲਾਈ ਸੀ ਪੱਟੀ ਤੇ ਉਹ ਧਾਗੇ ਮੋਤੀਆਂ ਦੇ ਵਿੱਚ ਦੀ ਇਹ ਧਾਗੇ ਜਿਹੇ ਦਿਸਦੇ ਸੀ ਥੱਲੇ ਨੂੰ। ਤੇ ਹੁਣ ਆਪਾਂ ਇਹਨੂੰ ਲਾਉਣਾ ਦੁਬਾਰਾ ਮੈਂ ਦੇੜ ਲਏ ਸੀਗੇ ਤੇ ਆਹ ਜਿਹੜਾ ਫੁੱਟ ਹੈਗਾ ਪਤਲਾ ਜਿਹਾ ਵਿੱਚ ਪਾ ਕੇ ਨਾ ਤੇ ਇਹਦੀ ਨਕਸ਼ੀ ਵੀ ਨਾ ਖਰਾਬ ਹੋਵੇ ਜਿਹੜੀ ਲੱਗੀ ਆ ਤੇ ਜਿਹੜੇ ਮੋਤੀ ਲੱਗੇ ਨੇ ਉਹ ਵੀ ਨਾ ਟੁੱਟਣ। ਤੇ ਆਪਾਂ ਆਹ ਬਰੀਕ ਜਿਹਾ ਫੁੱਟ ਪਾ ਕੇ ਜਿੱਪਰ ਫੁੱਟ ਹੁੰਦਾ ਇਹ ਤੇ ਇਹਨੂੰ ਆਪਾਂ ਲਾਉਣੇ ਆ ਦੁਬਾਰਾ ਪੱਟੀ ਨੂੰ। ਹੁਣ ਪਹਿਲਾਂ ਫੁੱਟ ਚੇਂਜ ਕਰ ਲੈਂਦੇ ਹਾਂ। ਮੈਂ ਪ੍ਰੈਸ ਦਾ ਭੰਨ ਪਾ ਲਿਆ ਇੱਥੇ। ਪ੍ਰੈਸ ਦੇ ਭੰਨ ਦੇ ਨਾਲ ਨਾਲ ਆਪਾਂ ਇਹਨੂੰ ਪੱਟੀ ਨੂੰ ਲਾਉਣਾ ਇੱਦਾਂ ਇਹਦੇ ਉੱਪਰ ਲਾਵਾਂਗੇ ਸੀਨ। ਤੇ ਆਹ ਜਿਹੜੀ ਇਹਦੀ ਲੇਡੀ ਕਰ ਦੇਵਾਂਗੇ ਕੱਪੜੇ ਦੀ ਤੇ ਫਿਰ ਜਿਹੜਾ ਪੁੱਠੇ ਪਾਸੇ ਵਾਲਾ ਆ ਉਹ ਦਿਸੂਗਾ ਨਹੀਂ ਵਿੱਚ ਦੀ। ਪਹਿਲਾਂ ਧਾਗਾ ਆਇਆ ਵਿੱਚ ਇਹਨੂੰ ਕੱਢ ਦਿੰਦੇ। ਪਹਿਲਾਂ ਮੈਨੂੰ ਦਿਸਿਆ ਨਹੀਂ ਸੀ ਤੇ ਮੈਂ ਕੱਢ ਕੇ ਲੱਗਣਾ ਸੀ।
ਪ੍ਰੈਸ ਕਰਾਂਗੇ ਤੇ ਠੀਕ ਹੋ ਜਾਣੀ ਬਿਲਕੁਲ। ਕੋਈ ਵਾਲ ਨਹੀਂ ਹੈਗਾ, ਪਿਛਲੇ ਪਾਸੇ ਵੀ ਸਹੀ ਆ। ਪ੍ਰੈਸ ਦੇ ਨਾਲ ਬਹਿ ਜਾਂਦਾ ਕੱਪੜਾ ਫਿਰ। ਮੈਂ ਬਾਹਾਂ ਰੈਡੀ ਕਰ ਲਈਆਂ ਨੇ ਰੇੜੀ ਲਾ ਕੇ। ਹੁਣ ਆਪਾਂ ਇਹਨੂੰ ਲੇਸ ਲਾਵਾਂਗੇ। ਲੇਸ ਲਾਉਣੀ ਹੈ ਜਦੋਂ ਮਿਡਲ ਕਰਕੇ ਇਹਦਾ ਮਿਡਲ ਦੇ ਵਿੱਚ ਤੁਸੀਂ ਇੱਥੇ ਪਿੰਨ ਲਗਾ ਲਓ। ਆ ਮੈਂ ਮਿਡਲ ਕੀਤਾ, ਪੂਰਾ ਮੇਰਾ ਮਿਡਲ ਹੈ ਤੇ ਮਿਡਲ ਦੇ ਵਿੱਚ ਪਿੰਨ ਲਗਾ ਕੇ ਤੇ ਤੁਸੀਂ ਇਹਨੂੰ ਸਿਉਂ ਲਓ। ਇੱਕ ਬਾਂਹ ਰੈਡੀ ਕਰ ਲਈ ਆਪਾਂ ਤੇ ਇਸੇ ਤਰੀਕੇ ਨਾਲ ਦੂਜੀ ਬਾਂਹ ਵੀ ਰੈਡੀ ਕਰ ਲਾਂਗੇ। ਆਪਾਂ ਬਾਹਾਂ ਡਨ ਕਰ ਲਈਆਂ ਨੇ ਤੇ ਗਲੇ ਜੋੜਨੇ ਹੁਣ ਆਪਾਂ। ਇਦਾਂ ਕਰਕੇ ਨਾ ਪਾਈਪਿੰਗ ਨੂੰ ਪਾਈਪਿੰਗ ਦੇ ਨਾਲ ਜੋੜ ਕੇ ਇੱਥੇ ਸਿਉਣ ਲਗਾ ਲਈਦੀ ਐਂ ਕਰਕੇ। ਫਿਰ ਇਹਨੂੰ ਇਸ ਤਰੀਕੇ ਦੇ ਨਾਲ ਮੋੜ ਕੇ ਨਾ ਆਹ ਐਗਜ਼ੈਕਟਲੀ ਸੇਮ ਕਰਕੇ ਮੋੜਨਾ, ਇੱਕ ਦੂਸਰੇ ਦੇ ਉੱਤੇ ਆ ਜਾਵੇ ਪਾਈਪਿੰਗ, ਤੇ ਫਿਰ ਇਹਨੂੰ ਦੁਬਾਰਾ ਸਟਿਚ ਕਰ ਦੇਣਾ। ਇੱਦਾਂ ਆਹ ਜਿਹੜਾ ਪਲੇਟ ਦੇ ਵਿੱਚ ਆਉਂਦਾ ਨਾ ਇੱਥੋਂ, ਆ ਵੇਖੋ ਹੁਣ ਸਹੀ ਹੈ, ਇਸ ਤਰੀਕੇ ਦੇ ਨਾਲ ਆਊਗਾ। ਜਿੰਨਾ ਪਲੇਟ 'ਚ ਆਇਆ ਓਨਾ ਆਪਾਂ ਬਾਹਰ ਕੱਢ ਦੇਣਾ ਇੱਧਰੋਂ। ਮਾਰਕ ਪਿਛਲੇ ਪਾਸੇ ਹੀ ਲਾਉਣੇ ਚਾਹੀਦੇ, ਫਿਟਿੰਗ ਬਹੁਤ ਵਧੀਆ ਪ੍ਰੋਪਰਲੀ ਆਉਂਦੀ ਹੈ। ਫਿਰ ਜੇ ਆਪਾਂ ਨਹੀਂ ਇਹ ਕੱਢਦੇ ਤੇ ਜੇ ਆਪਾਂ ਹੁਣ ਬਰਾਬਰ ਤੇ ਸਿਉਣ ਲਾ ਦਿੰਦੇ ਤੇ ਆਹ ਪਾਸਾ ਜਿਹੜਾ ਆਹ ਮੋਢਾ ਫੁੱਲਦਾ ਹੁੰਦਾ ਕਈਆਂ ਦਾ ਪਿੱਛੋਂ ਇੱਥੋਂ। ਇਸ ਲਈ ਨਾ ਇਹਨੂੰ ਆਹ ਜਿਹੜੀ ਚੀਜ਼ ਹੈ ਇਹ ਬਾਹਰ ਕੱਢ ਦੇਣੀ ਇੱਥੋਂ, ਇੰਨਾ ਬਾਹਰ ਨਿਕਲਣਾ ਇਹਨੇ। ਤੇ ਹੁਣ ਇਹ ਸਹੀ ਹੈ, ਬਿਲਕੁਲ ਮੋਢਾ ਬੈਠਾ ਹੈ। ਥੱਲਿਓਂ ਬਰਾਬਰ ਕਰ ਦੇਣਾ ਇੱਥੇ। ਦੇਖੋ ਹੁਣ ਮੋਰਲੇ ਪਾਸਿਓਂ ਵੀ ਤੇ ਪਿਛਲੇ ਪਾਸਿਓਂ ਵੀ ਐਨ ਪੂਰਾ ਰਾਊਂਡ ਦੇ ਵਿੱਚ ਮੋਢਾ ਬੈਠਾ। ਇਹਨੂੰ ਇਸ
ਉੱਪਰੋਂ ਕੱਟਣ ਵਾਲਾ ਕੱਟ ਦਿੱਤਾ। ਓਨਾ ਹੀ ਜਿੰਨਾ ਆਪਾਂ ਉੱਧਰਲੇ ਪਾਸੇ ਬਾਹਰ ਕੱਢਿਆ ਸੀ ਓਨਾ ਹੀ ਇੱਧਰੋਂ ਆਪਾਂ ਬਾਹਰ ਕੱਢ ਦੇਣਾ ਇੱਥੇ ਇਸ ਤਰੀਕੇ ਦੇ ਨਾਲ। ਆ ਵੇਖੋ ਇਹ ਬਰਾਬਰ ਆਊਗਾ ਬੜਾ ਵਧੀਆ ਪ੍ਰੋਪਰਲੀ। ਆ ਜਿਹੜੀ ਚੀਜ਼ ਇਹਨੂੰ ਇਸ ਤਰੀਕੇ ਦੇ ਨਾਲ ਮੋੜ ਕੇ ਨਾ ਸਿੱਧਾ ਰੱਖਣਾ ਬਿਲਕੁਲ। ਸਿੰਗਲ ਫੁੱਟ ਦੇ ਨਾਲ ਹੀ ਲੱਗਦੀ ਹੈ ਇਹ ਵੀ ਸੀਨ। ਥੱਲੇ ਇਹਨੂੰ ਬਰਾਬਰ ਕਰਕੇ ਤੇ ਇੱਥੇ ਘੇਰੇ ਤੋਂ ਬਰਾਬਰ ਕਰਕੇ ਤੇ ਪਿੰਨ ਲਗਾ ਲੈਣੀ ਚਾਹੀਦੀ, ਫਿਰ ਤਾਂ ਠਾ ਨਹੀਂ ਹੁੰਦਾ, ਉੱਚਾ ਨੀਵਾਂ ਨਹੀਂ ਬਣਦਾ। ਫਿਰ ਕਢਾਈ ਦੇ ਵਿੱਚ ਪਿੰਨ ਵੀ ਔਖੀ ਲੰਘਦੀ ਹੈ। ਹਾਂ ਹੁਣ ਇਹ ਸੀਨ ਵੀ ਛੇਤੀ ਲੱਗ ਜੂਗੀ ਕਿਉਂਕਿ ਪਿੱਛੋਂ ਵੀ ਫੜਿਆ ਗਿਆ ਨਾ ਆਪਣੇ। ਇੱਥੇ ਹੁਣ ਆ ਮੋਤੀ ਦੋ ਆਉਂਦੇ ਨੇ, ਇਹ ਕੱਢਣੇ ਨੇ ਮੋਤੀ ਨੇ ਤੇ ਸੂਈ ਟੁੱਟ ਜਾਣੀ। ਇਹ ਮੋਟਾ ਕਰਕੇ ਇੱਥੋਂ ਤੇ ਪਾਈਪਿੰਗ ਵੀ ਉੱਪਰ ਨੂੰ ਆਉਂਦੀ ਹੈ ਪੁੱਠੀ ਹੋ ਕੇ। ਤੇ ਥੋੜਾ ਜਿਹਾ ਹੌਲੀ ਕਰਕੇ ਸੀਨ ਲਾਈ ਦੀ ਜਦੋਂ ਕਢਾਈ ਆ ਪਾ ਜਾਂਦਾ। ਹੁਣ ਮੈਂ ਪਾਈਪਿੰਗ ਨੂੰ ਵੀ ਪ੍ਰੈਸ ਕਰ ਲਿਆ ਤੇ ਬਾਹਾਂ ਵੀ ਰੈਡੀ ਕਰ ਲਈਆਂ ਨੇ ਤੇ ਬਾਹਾਂ ਦੀ ਵਿੱਚੋਂ ਸੀਨ ਲਗਾ ਕੇ ਓਵਰਲੌਕ ਕਰ ਲਿਆ। ਹੁਣ ਇਹਨਾਂ ਨੂੰ ਇੱਥੋਂ ਕੱਚਾ ਕਰਕੇ ਤੇ ਫਿਰ ਬਾਹਾਂ ਮਿਣ ਕੇ ਆਪਾਂ ਬਾਹਾਂ ਲਾ ਲਾਂਗੇ।
ਬਾਹਾਂ ਜਦੋਂ ਪ੍ਰੈਸ ਕੀਤੀਆਂ ਹੁੰਦੀਆਂ ਨੇ ਸਿੱਧੀਆਂ ਕੱਟੀਆਂ ਨੇ ਤੇ ਇਹਨਾਂ ਨੂੰ ਇਸ ਤਰ੍ਹਾਂ ਤੋਂ ਪੱਕਾ ਕਰ ਦਿੰਨੇ ਆ। ਪਹਿਲਾਂ ਉਸੇ ਤਰ੍ਹਾਂ ਹੀ ਰਫ ਨਹੀਂ ਸਿਲਾਈ ਲਾਈ ਸੀ ਮੈਂ ਤੇ ਬਾਹਾਂ ਦੀ ਕਟਾਈ ਕਰਨੀ ਆ ਤੇ ਫਿਰ ਇੱਕੋ ਜਿਹੀ ਕਟਾਈ ਹੁੰਦੀ ਹੈ ਜਦੋਂ ਇਹ ਲਾ ਕੇ ਸਿੱਧਾ ਕਰਦੇ ਆਪਾਂ। ਬਾਂਹ ਨੂੰ ਸਿੱਧੀ ਕਰ ਲੈਣਾ ਤੇ ਕਮੀਜ਼ ਪੁੱਠਾ ਹੁੰਦਾ ਹੈ ਤੇ ਵਿੱਚ ਬਾਂਹ ਪਾ ਕੇ ਆਰਮ ਹੋਲ ਦੇ ਤੇ ਵਿੱਚ ਪੂਰੀ ਆਉਗੀ। ਮੋਢੇ ਨਾਲੋਂ ਥੋੜਾ ਜਿਹਾ ਬਾਂਹ ਦਾ ਜਿਹੜਾ ਆਰਮ ਹੋਲ ਹੈ ਉਹ ਥੋੜਾ ਜਿਹਾ ਵੱਡਾ ਰੱਖੀਦਾ, ਫਿਰ ਬਾਂਹ ਬੜੀ ਵਧੀਆ ਲੱਗਦੀ ਹੈ ਥੱਲੇ ਉੱਪਰੋਂ ਸੌਫਟ ਜਿਹਾ ਫੜ ਕੇ ਲਾ ਲਈਦਾ। ਜੇ ਬਰਾਬਰ ਹੋਵੇ ਤੇ ਰਾਉਂਡ ਜਿਹਾ ਫਿਰ ਇਹਨੂੰ ਥੋੜਾ ਜਿਹਾ ਖਿੱਚਣਾ ਪੈਂਦਾ। ਲਓ ਬਾਂਹ ਲੱਗ ਗਈ ਆਪਣੀ। ਇਹ ਬੈਕ ਆ ਤੇ ਇਹ ਫਰੰਟ ਹੈ। ਪ੍ਰੈਸ ਕਰਾਂਗੇ ਤਾਂ ਪ੍ਰੋਪਰਲੀ ਸਹੀ ਹੋ ਜਾਣਾ ਇਹਨੇ। ਵੈਸੇ ਵੀ ਸਹੀ, ਇੱਦਾਂ ਦੀ ਗੱਲ ਨਹੀਂ ਕਿ ਸਹੀ ਨਹੀਂ ਕਿਉਂਕਿ ਕੱਪੜਾ ਜਦੋਂ ਆਹ ਫੁੱਲ ਜਿਹੇ ਨੇ ਇਹਨਾਂ ਦਾ ਕਰਕੇ ਥੋੜਾ ਜਿਹਾ ਲੱਗਦਾ, ਪਰ ਨਹੀਂ ਸਹੀ ਹੈ। ਇਸੇ ਤਰ੍ਹਾਂ ਹੁਣ ਦੂਜੀ ਬਾਂਹ ਵੀ ਲਾ ਲੈਂਦੇ ਆਪਾਂ।